ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम अज्ञान अल्प मत थोड़ी तुम आपन बिरद रखाओ। तुमरी शरण तुम्हारी आशा तुम ही सज्जन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हों ने बख्शिश रहमत की है, जो आप निता प्रति अमृत वेले जाग के सतगुरां दी अमृतमई बाणी दे नाल जुड़दे हो। गुरां दा तरस है आप सारी संगत ते। आओ चल रही लड़ीवार श्री तप प्रसाद सोइए, जिन्हां दी विचार असी मिल बैठ के सांझ कर रहे हाँ। चार पद गुरु साहब ने पौड़ियां सेवा लई है। अज पंजवीं पौड़ी दी असी विचार मिल बैठ के सांझ करनी है। जिथे शरीर करके हाज़री भरी है आप जी ने, अरदास करो सच्चे पिता मन करके भी साड़ी हाज़री लग जाए, मन की गैर हाज़री ना होवे। सो आओ मन बिरती नूं एकाग्र करते हुए रसना नाल प्यार सहित बोलो जी सतनाम श्री वाहिगुरू। फिर आखो जी सतनाम श्री वाहिगुरू। धन धन गुरु गोबिंद सिंह जी महाराज जो ये पावन पवित्र बाणी तप प्रसाद सोइए, जिन्हों सुधा सोइए भी या अमृत सोइए भी कहते हैं, सतगुरां ने ये बाणी पावन पवित्र स्थान श्री पौंटा साहिब विखे उचारी है। सो गुरु महाराज वो सारे सूर बली राजे महायोधे और धर्म के नाम काम करन वालियां नूं एक नवेकला एक सिद्धांत उन्होंने समझाना चाहते हैं कि भाई दुनिया के लोगों, इहदे विच जे नाम तुसी शामिल नहीं किया तो ये साडा सारा किछ कीता कराया धरे धराया रह जाना है। सो अज दे इस पौड़ी दे विच उन्हां सूरबीरां दी उन्हां महाजोधियां दी सूरमियां दी जिक्र कीता है, पर उन्हां दा जिक्र कीता है जिहड़े नाम तो सखणे ने। देखो सूरमे होना माड़ा नहीं कह रहे गुरु साहब, पर जे सूरमे होके नाम नहीं पल्ले ना तो वो अहंकार दा रूप धार जाता है बंदा। क्योंकि नाम पल्ले होएगा, अंदर बैराग होएगा, फिर उस दिखेगा कि ये सब कुछ परमात्मा दी दाता ने। तो सूरमे गुरु घर दे अंदर भी सूरमे होए ने, पर वो वाले सूरमे होए ने जिन्हां ने अंदर दे विकारां नूं जित्या, ते उही सुरमा ने उन्होंने शस्त्र लैके बाहर दे दुश्मनां नूं भी मारिया। असली सूरबीर वही हुंदा है।
ਔਰ ਦੁਨੀਆ ਦੇ ਜਿਹੜੇ ਸੂਰਮੇ ਹੋਏ ਨੇ ਉਹਨਾਂ ਨੇ ਬਾਹਰਲੇ ਦੁਸ਼ਮਣ ਉੱਤੇ ਜਿੱਤ ਲਿਆ, ਪਰ ਅੰਦਰ ਦੇ ਵਿਕਾਰਾਂ ਵੱਲੋਂ ਉਹ ਮਾਰ ਖਾ ਗਏ, ਭਾਵ ਕਿ ਉਹ ਹਾਰ ਗਏ। ਤਾਂ ਗੁਰੂ ਸਾਹਿਬ ਅੱਜ ਫੇਰ ਉਹਨਾਂ ਸੂਰਬੀਰਾਂ ਦੀ ਜ਼ਿਕਰ ਕਰਦੇ ਹੋਏ ਕੀ ਕਹਿ ਰਹੇ ਹਨ? ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਜ ਸਨਾਹਾ ਦੁਰਜਾਨ ਦਲੈਂਗੇ। ਇਹਨਾਂ ਦਾ ਇੱਕ ਇੱਕ ਅੱਖਰ ਦਾ ਅਸੀਂ ਅਰਥ ਕਰਕੇ ਫਿਰ ਵਿਚਾਰ ਕਰਨ ਦਾ ਯਤਨ ਕਰੀਏ। ਸੁਧ, ਸ਼ੁੱਧ ਹੁੰਦਾ ਸਾਧ ਸੰਗਤ, ਇਸ ਤਰ੍ਹਾਂ ਕਹਿ ਲਓ ਪਿਓਰ, ਖਾਲਸ, ਜਿਹਦੇ ਵਿੱਚ ਕੋਈ ਵੀ ਮੈਂ ਕਹਾਂ ਖੋਟ ਨਾ ਹੋਵੇ, ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ, ਅਜਮਾਇਆ ਹੋਇਆ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਖਾਲਸਾ ਕਿਹਾ ਨਾ, ਖਾਲਸਾ ਖਾਲਸ ਤੋਂ ਹੀ ਹੈ, ਪਵਿੱਤਰ। ਤੋ ਇੱਥੇ ਮਾਰੇ ਕਹਿੰਦੇ ਨੇ ਸ਼ੁੱਧ, ਖਾਲਸ ਹੀ ਕਿਹਾ ਇੱਥੇ। ਸ਼ੁੱਧ ਜਿਹੜੇ ਅਜਮਾਏ ਹੋਏ, ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਸਮਝ ਲਓ ਕਾਇਰਤਾ ਨਹੀਂ ਹੈ, ਸ਼ੁੱਧ ਨੇ, ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੇ ਵਿੱਚ ਭੈ ਨਹੀਂ ਹੈ। ਸਿਪਾਹਾ, ਇਹ ਸਿਪਾਹੀ, ਜੇ ਬਹੁਵਚਨ ਨੇ ਸਿਪਾਹ ਲਾ ਦਿੱਤਾ ਹੈ, ਵੈਸੇ ਸਿਪਾਹੀ ਹੁੰਦਾ ਹੈ, ਪਰ ਮਾਰੇ ਨੇ ਸਿਪਾਹ ਕਿਹਾ ਹੈ, ਭਾਵ ਕਿ ਬਹੁਤ ਜ਼ਿਆਦਾ ਬਹੁਵਚਨ ਸਿਪਾਹੀ ਫੌਜ ਹੋ ਗਈ। ਕਹਿੰਦੇ ਨੇ ਉਹ ਸਿਪਾਹੀ ਜਿਹੜੇ ਬਿਲਕੁਲ ਖਾਲਸ ਨੇ ਔਰ ਜਿਹੜੇ ਕਾਇਰ ਨਹੀਂ ਨੇ, ਜਿਹੜੇ ਬਹਾਦਰੀ ਵਿੱਚ ਉਹਨਾਂ ਨੂੰ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ। ਦੁਰੰਤ, ਦੁਰਅੰਤ, ਜਿਹੜੇ ਮਤਲਬ ਕਿ ਇਸ ਤਰ੍ਹਾਂ ਸਮਝ ਲਓ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਮਾਰਨਾ ਔਖਾ ਹੋਵੇ, ਦੁਰਅੰਤ, ਜਿਨ੍ਹਾਂ ਦਾ ਅੰਤ ਨਾ ਕੀਤਾ ਜਾ ਸਕਿਆ ਹੋਵੇ। ਐਸੇ ਐਸੇ ਸੂਰਬੀਰ ਨੇ ਕਿ ਉਹਨਾਂ ਨੂੰ ਮਾਰਨਾ ਵੀ ਔਖਾ ਹੁੰਦਾ ਹੈ। ਉਹਨਾਂ ਨੂੰ ਅਜਿੱਤ ਕਹਿੰਦੇ ਨੇ, ਜਿਨ੍ਹਾਂ ਦਾ ਅੰਤ ਨਾ ਕਰ ਸਕੇ। ਤੋ ਮਹਾਰਾਜ ਕਹਿੰਦੇ ਨੇ ਦੁਬਾਹਾ, ਜਿਨ੍ਹਾਂ ਦੀ ਵਾਰ ਨੂੰ ਕੋਈ ਝੱਲ ਨਾ ਸਕੇ, ਭਾਵ ਕਿ ਉਹਨਾਂ ਨੂੰ ਕੋਈ ਕਾਬੂ ਨਾ ਕਰ ਸਕੇ। ਤੋ ਮਹਾਰਾਜ ਕਹਿੰਦੇ ਨੇ ਸੁਧ ਸਿਪਾਹਾ, ਉਹ ਵਾਲੇ ਸਿਪਾਹੀ ਜਿਹੜੇ ਖਾਲਸ ਨੇ, ਜਿਨ੍ਹਾਂ ਦੇ ਅੰਦਰ ਖੋਟ ਨਹੀਂ ਹੈ, ਜਿਨ੍ਹਾਂ ਨੂੰ ਅੰਤ ਕੋਈ ਨਹੀਂ ਕਰ ਸਕਦਾ, ਜਿਨ੍ਹਾਂ ਦੀ ਚਾਲ ਕੋਈ ਚੱਲ ਨਹੀਂ ਸਕਦਾ। ਸੁਸਾਜ ਸਨਾਹਾ, ਜਿਹੜੇ ਸਜੇ ਹੁੰਦੇ ਨੇ। ਸੁਸਾਜ ਕਿਹਦੇ ਨਾਲ? ਸਨਾਹ। ਤੁਸੀਂ ਦੇਖੋ ਪੁਰਾਤਨ ਕਈ ਅਜਾਇਬ ਘਰਾਂ ਵਿੱਚ ਵੀ ਜਾਓ ਨਾ, ਤੇ ਤੁਹਾਨੂੰ ਇੱਕ ਇੱਕ ਪੂਰੀ ਡਰੈਸ ਮਿਲ ਜਾਏਗੀ, ਜਿਹੜੇ ਸੈਨਿਕਾਂ ਦੀ ਪੁਰਾਣੇ, ਪੂਰੀ ਲੋਹੇ ਦਾ ਨਾ ਇਸ ਤਰ੍ਹਾਂ ਕਹਿ ਲਓ ਕਵਚ ਹੁੰਦਾ ਹੈ, ਜਿਹੜਾ ਮੁੱਖ ਤੋਂ ਲੈ ਕੇ ਪੈਰਾਂ ਤੱਕ ਉਹ ਜੰਗੇ ਮੈਦਾਨ ਵਿੱਚ ਪਾ ਕੇ ਨਾ, ਤੇ ਪੂਰਾ ਲੋਹੇ ਦੇ ਕਵਚ ਦੇ ਨਾਲ ਆਪਣੇ ਆਪ ਨੂੰ ਢੱਕ ਕੇ ਤੇ ਯੁੱਧ ਦੇ ਮੈਦਾਨ ਦੇ ਵਿੱਚ ਜਾਂਦੇ ਸਨ। ਮੂੰਹ ਵੀ ਢੱਕਿਆ ਹੋਣਾ, ਹੱਥ ਵੀ ਢੱਕੇ, ਪੈਰ ਵੀ, ਸਾਰਾ ਸਰੀਰ ਢੱਕਿਆ ਹੋਣਾ, ਤਾਂ ਕਿ ਕਿਸੇ ਸ਼ਸਤਰ ਦਾ ਵਾਰ ਉਹਨਾਂ ਦੇ ਸਰੀਰ ਨੂੰ ਖੋ ਨਾ ਸਕੇ। ਤੋ ਮਹਾਰਾਜ ਕਹਿੰਦੇ ਨੇ ਸੁਸਾਜ ਸਨਾਹਾ, ਉਹ ਉਸ ਸਨੋਹ ਦੇ ਨਾਲ, ਸੰਜੋਗ ਦੇ ਨਾਲ, ਲੋਹੇ ਦੀ ਕੁੜਤਾ ਦੇ ਨਾਲ ਉਹ ਸਜੇ ਹੁੰਦੇ ਨੇ। ਦੁਰਜਾਨ ਦਲੈਂਗੇ, ਜਿਹੜੇ ਭਾਵ ਕਿ ਵੈਰੀਆਂ ਨੂੰ ਦਲ ਦੇਣ। ਦਲੈਂਗੇ, ਇੱਥੇ ਦਲੇਂਗੇ ਨਹੀਂ ਪੜ੍ਹਨਾ ਪਾਠ, ਇੱਥੇ ਦੁਲਾਵਾਂ ਨੇ ਦਲੈਂਗੇ, ਜਿਹੜੇ ਦਲ ਦੇਣ, ਮੱਲ ਦੇਣ। ਤੋ ਹੁਣ ਇਸ ਪੰਕਤੀ ਅੰਦਰ ਗੁਰੂ ਸਾਹਿਬ ਸਾਰਾ ਇਹ ਸਮਝਾ ਰਹੇ ਨੇ ਕਿ ਉਹ ਵੱਡੇ ਵੱਡੇ ਸਿਪਾਹੀ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਸ਼ੁੱਧ ਨੇ, ਖੋਟ ਨਹੀਂ ਹੈ। ਦੁਰੰਤ, ਜਿਨ੍ਹਾਂ ਦਾ ਅੰਤ ਨਹੀਂ ਕੋਈ ਕਰ ਸਕਦਾ, ਭਾਵ ਕਿ ਜਿਨ੍ਹਾਂ ਦੀ ਵਾਰ ਨੂੰ ਕੋਈ ਝੱਲ ਨਹੀਂ ਸਕਦਾ, ਪੂਰੇ ਸੰਜੋਗ ਦੇ ਨਾਲ, ਸਨਾਹ ਦੇ ਨਾਲ ਉਹ ਲਿਪਟੇ ਹੋਏ ਨੇ, ਔਰ ਵੈਰੀਆਂ ਦਾ ਸਿਰ ਭੰਨਣ ਵਾਲੇ। ਤੇ ਮਹਾਰਾਜ ਕਹਿੰਦੇ ਨੇ ਭਾਰੀ ਗੁਮਾਨ ਪਰੇ ਮਨ ਮੈਂ, ਆ ਗਈ ਗੱਲ ਹੋਈਓ ਕਿ ਪਰ ਉਹਨਾਂ ਵਿੱਚ ਇੱਕ ਵੱਡੀ ਕਮੀ ਹੁੰਦੀ ਹੈ। ਜਦੋਂ ਰੱਬ ਕਿਸੇ ਨੂੰ ਤਾਕਤ ਬਖਸ਼ਦਾ ਹੈ ਨਾ, ਤੇ ਨਾਲ ਹੰਕਾਰ ਵੀ ਬਖਸ਼ ਦਿੰਦਾ ਹੈ। ਹੰਕਾਰ ਆਂਦਾ ਹੀ ਤਾਂ ਹੈ ਜਦੋਂ ਕੋਈ ਨਾ ਕੋਈ ਕਿਸੇ ਤਰਫੋਂ ਗੁਣ ਆ ਜਾਵੇ। ਅਰਦਾਸ ਕਰੋ, ਸੱਚੇ ਪਿਤਾ, ਜਿਸ ਪਰਮਾਤਮਾ ਨੇ ਸਾਨੂੰ ਆਪਣੇ ਨਾਲ ਲੜ ਲਾਇਆ ਹੈ,
ਤੇ ਉਹਦਾ ਵੀ ਸਾਨੂੰ ਅਹੰਕਾਰ ਨਾ ਹੋ ਜਾਏ। ਕਈਆਂ ਕੋਲ ਮਾਇਆ ਬਾਤੀ ਹੁੰਦੀ ਏ, ਉਹਦਾ ਹੀ ਅਹੰਕਾਰ ਕਰਦੇ ਰਹਿੰਦੇ ਨੇ। ਕਈਆਂ ਦੇ ਸਰੀਰ ਵਿੱਚ ਤਾਕਤ ਹੁੰਦੀ ਏ, ਉਹਨਾਂ ਦਾ ਅਹੰਕਾਰ ਕਰਦੇ ਰਹਿੰਦੇ ਨੇ। ਕਈਆਂ ਦੀ ਸੋਹਣਪੁਣਾ ਹੁੰਦਾ ਹੈ, ਉਹ ਦੁਨੀਆ ਵਿੱਚ ਇਸ ਤਰ੍ਹਾਂ ਹੀ ਜਿੰਦੇ ਨੇ ਕਿ ਮੇਰੇ ਤੋਂ ਵਰਗਾ ਕੋਈ ਸੋਹਣਾ ਨਹੀਂ ਹੈ। ਕਈ ਐਸੇ ਵੀ ਨੇ ਜਿਹੜੇ ਉੱਚੀ ਕੁਲ ਵਿੱਚ ਪੈਦਾ ਹੁੰਦੇ ਨੇ, ਉਹ ਸਮਝਦੇ ਨੇ ਮੇਰੇ ਤੋਂ ਵੱਡਾ ਕੋਈ ਕੁਲ ਵਾਲਾ ਹੀ ਨਹੀਂ ਹੈ, ਜਾਤ ਵਾਲਾ ਹੀ ਨਹੀਂ ਹੈ। ਤੋ ਮਹਾਰਾਜ ਕਹਿੰਦੇ ਨੇ ਇੰਨੀਆਂ ਉਹਨਾਂ ਕੋਲ ਸ਼ਕਤੀਆਂ। ਤੇ ਕੀ ਕਹਿ ਰਹੇ ਨੇ ਮਹਾਰਾਜ? ਭਾਰੀ ਗੁਮਾਨ ਭਰੇ ਮਨ ਮੇ। ਉਹ ਕੀ ਕਰਦੇ ਨੇ? ਜਿਨ੍ਹਾਂ ਦੇ ਅੰਦਰ ਮਨਾ ਮੁਨ ਅਹੰਕਾਰ ਭਰਿਆ ਪਿਆ ਹੋਵੇ, ਕਿਉਂਕਿ ਇੰਨਾ ਬਲ ਹੁੰਦਾ ਹੈ। ਕਈ ਸ਼ਕਤੀਸ਼ਾਲੀ ਹੁੰਦੇ ਨੇ ਨਾ। ਹੁਣ ਇਹ ਨਹੀਂ ਕਿ ਗੁਰੂ ਘਰ ਦੇ ਵਿੱਚ ਸੂਰਮੇ ਨਹੀਂ ਹੋਏ, ਬਹੁਤ ਸੂਰਮੇ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਪਰ ਉਹ ਮੈਂ ਤੋਂ ਬਚ ਕੇ, ਉਹਨਾਂ ਦੇ ਅੰਦਰ ਮੈਂ ਨਹੀਂ ਸੀ। ਹੁਣ ਹਰੀ ਸਿੰਘ ਨਲੂਆ, ਜੱਸਾ ਸਿੰਘ ਜੀ ਆਲੂਵਾਲੀਆ, ਕਿਤਨੇ ਸੂਰਬੀਰ ਹੋਏ ਨੇ, ਪਰ ਉਹਨਾਂ ਨੇ ਨਾਮ ਤੋਂ ਸਖਣੇ ਨਹੀਂ ਸਨ, ਨਾਮ ਨਾਲ ਸੀ ਉਹਨਾਂ ਦੇ ਨਾਲ। ਤੋ ਪਾਤਸ਼ਾਹ ਕਹਿੰਦੇ ਨੇ ਐਸੇ ਵੀ ਨੇ ਜਿਹੜੇ ਭਾਰੀ ਗੁਮਾਨ ਭਰੇ ਮਨ ਮੈਂ, ਮਨ ਦੇ ਵਿੱਚ ਬੜਾ ਹੀ ਗੁਮਾਨ ਕਰਦੇ ਨੇ ਕਿ ਮੇਰੀ ਇਹਨਾਂ ਬਾਜੂਆਂ ਦੇ ਵਿੱਚ ਬਹੁਤ ਤਾਕਤ ਹੈ। ਤੇ ਮਾਰੇ ਕਹਿੰਦੇ ਨੇ ਕੀ ਸਮਝਦੇ ਨੇ ਉਹ? ਕਰ ਪਰਬਤ ਪੰਖ ਹਲੈ। ਉਹ ਸਮਝਦੇ ਨੇ ਕਿ ਮੰਨ ਲਓ ਪਰਬਤ ਹੁੰਦਾ ਪਹਾੜ, ਪਹਾੜ ਜੇ ਪੰਖ ਲਾ ਕੇ ਉੜ ਵੀ ਜਾਣ, ਉਹ ਆਪਣੀ ਜਗ੍ਹਾ ਤੋਂ ਹਿਲ ਸਕਦੇ ਨੇ। ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਪਰ ਉਹ ਕਹਿੰਦੇ ਨੇ ਅਸੀਂ ਯੁੱਧ ਮੈਦਾਨ ਤੋਂ ਨਹੀਂ ਹਿਲਾਂਗੇ। ਮਤਲਬ ਕਿ ਇਤਨਾ ਹੰਕਾਰ ਉਹਨਾਂ ਵਿੱਚ। ਉਹ ਕਹਿੰਦੇ ਨੇ ਕਿ ਜੇ ਪਹਾੜ ਵੀ ਪੰਖ ਲਾ ਕੇ ਉਡਾਰੀ ਮਾਰ ਸਕਦੇ ਨੇ, ਹਿਲ ਸਕਦੇ ਨੇ, ਮੰਨ ਲਓ ਪਹਾੜ ਵੀ ਹਿਲ ਜਾਣ ਆਪਣੀ ਜਗ੍ਹਾ ਤੋਂ। ਜਦੋਂ ਕਦੀ ਤੂਫਾਨ ਆਉਂਦਾ, ਸਾਈਕਲੋਨ ਆਉਂਦਾ ਨਾ, ਤੇ ਪਹਾੜਾਂ ਦੇ ਪਹਾੜ ਹੀ ਗਿਰ ਜਾਂਦੇ ਨੇ, ਹਿਲ ਜਾਂਦੇ ਨੇ ਨਾ। ਕਹਿੰਦੇ ਚਲੋ ਮੰਨ ਲਿਆ ਪੰਖ ਲਾ ਕੇ ਪਹਾੜ ਹਿਲ ਗਏ, ਪਰ ਉਹਨਾਂ ਨੂੰ ਹੰਕਾਰ ਇੰਨਾ ਹੁੰਦਾ ਹੈ, ਉਹ ਕਹਿੰਦੇ ਨਾ ਹਲਾਂਗੇ, ਅਸੀਂ ਫਿਰ ਵੀ ਨਹੀਂ ਹਿਲਾਂਗੇ। ਭਾਵ ਉਹਨਾਂ ਦੇ ਅੰਦਰ ਇਤਨਾ ਮਨ ਵਿੱਚ ਅਹੰਕਾਰ ਹੈ। ਤਾਂ ਗੁਰੂ ਸਾਹਿਬ ਤੀਜੇ ਫਿਰ ਅੱਗੇ ਕਹਿੰਦੇ ਨੇ ਤੋਰ ਅਰੀਨ ਮਰੋਰ ਮਵਾਸਨ। ਅਰੀਨ ਵੈਰੀਆਂ ਨੂੰ ਤੋੜ ਕੇ ਰੱਖ ਦੇਣ, ਭਾਵ ਕਿ ਉਹਨਾਂ ਨੂੰ ਤੋੜ ਭੰਨ ਦੇਣ। ਜਦੋਂ ਕੋਈ ਵੈਰੀ ਸਾਹਮਣੇ ਆ ਜਾਏ ਤੇ ਜੇ ਕੋਈ ਕਮਜ਼ੋਰ ਹੋਵੇ ਤੇ ਆਪ ਬੜੇ ਸ਼ਕਤੀਸ਼ਾਲੀ ਹੋਣ, ਉਹਨਾਂ ਨੂੰ ਤੋੜ ਭੰਨ ਦਿੰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਐਸੇ ਤੋੜ ਅਰੀਨ ਮਰੋਰ ਮਵਾਸਨ। ਆਕੀਆਂ ਨੂੰ ਮਵਾਸਨ ਭਾਵ ਕਿ ਉਹ ਮਰੋੜ ਕੇ, ਮਵਾਸਨ ਆਕੀ ਮਰੋੜ ਕੇ ਉਹਨਾਂ ਨੂੰ, ਦੁਸ਼ਮਣਾਂ ਨੂੰ, ਉਹਨਾਂ ਦੀਆਂ ਧੌਣਾਂ ਮਰੋੜ ਕੇ ਉਹਨਾਂ ਨੂੰ ਜੰਗੇ ਮੈਦਾਨ ਵਿੱਚ ਸ਼ਿਕਸਤ ਦੇ ਦੇਣ। ਮਾਤੇ ਮਤੰਗਨ ਮਾਨ ਮਲੈਂਗੇ। ਮਸਤ ਹੋਏ ਮਤੰਗਨ, ਮਤੰਗ ਹੁੰਦਾ ਹਾਥੀ, ਤੇ ਮਤੰਗਨ ਬਹੁਤ ਸਾਰੇ ਹਾਥੀ। ਹਾਥੀਆਂ ਵਿੱਚ ਕਿੰਨੀ ਤਾਕਤ ਹੁੰਦੀ ਹੈ। ਉਹ ਹਾਥੀਆਂ ਦੇ, ਮਸਤ ਹਾਥੀਆਂ ਦੇ ਵੀ ਮਾਨ ਤੋੜ ਦੇਣ। ਹੁਣ ਗੁਰੂ ਸਾਹਿਬ ਸਾਰੇ ਤਿੰਨੋਂ ਇਹਨਾਂ ਪੰਕਤੀਆਂ ਵਿੱਚ ਕਹਿ ਕੇ ਹੁਣ ਫੈਸਲਾ ਦੇ ਰਹੇ ਨੇ। ਹੁਣ ਤੱਤ ਉਹਨਾਂ ਦਾ ਦੱਸ ਰਹੇ ਨੇ ਕਿ ਐਸੇ ਸੂਰਵੀਰ ਹੋਣ ਜਿਨ੍ਹਾਂ ਦੇ ਵਿੱਚ ਕੋਈ ਖੋਟ ਨਾ ਹੋਵੇ, ਖਾਲਸ ਹੋਣ, ਜਿਨ੍ਹਾਂ ਦੇ ਉੱਤੇ ਸ਼ੰਕਾ ਨਾ ਕੀਤੀ ਜਾਏ। ਐਸੇ ਸਿਪਾਹੀ ਜਿਹੜੇ ਅਜਿੱਤ ਹੋਣ, ਜਿਨ੍ਹਾਂ ਨੂੰ ਕੋਈ ਜਿੱਤ ਨਾ ਸਕੇ, ਔਰ ਜਿਨ੍ਹਾਂ ਦੀ ਕੋਈ ਢਾਲ ਜਾਂ ਜਿਨ੍ਹਾਂ ਦਾ ਕੋਈ ਵਾਰ ਝੱਲ ਨਾ ਸਕੇ, ਤੇ ਸੰਜੋਗ ਵਿੱਚ ਲਿਪਟੇ ਹੋਏ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਇੰਨਾ ਹੰਕਾਰ ਵੀ ਹੋਵੇ, ਜੇ ਪਰਬਤ ਵੀ ਹਿਲ ਜਾਣ ਪਰ ਉਹ ਨਾ ਹਿੱਲਣ। ਤੇ ਮਹਾਰਾਜ ਕਹਿੰਦੇ ਨੇ ਜੇ ਦੁਸ਼ਮਣਾਂ ਦੇ ਸਿਰ ਭੰਨ ਦੇਣ, ਉਹਨਾਂ ਦੀਆਂ ਗਰਦਨਾਂ ਮਰੋੜ ਦੇਣ। ਵੱਡੇ ਹਾਥੀਆਂ ਦੇ, ਮਸਤ ਹਾਥੀਆਂ ਨੂੰ, ਕਿਉਂਕਿ ਪੁਰਾਤਨ ਸਮੇਂ ਵਿੱਚ ਜਦ ਯੁੱਧ ਹੁੰਦੇ ਸਨ ਨਾ, ਤੇ ਹਾਥੀ ਉਹਨਾਂ ਦੇ ਸਾਧਨ ਹੁੰਦੇ ਸਨ, ਹਾਥੀ, ਊਂਟ, ਘੋੜੇ। ਤੇ ਉਹ ਕੀ ਕਰਦੇ ਸਨ? ਹਾਥੀਆਂ ਨੂੰ ਮਸਤ ਕਰਕੇ, ਭਾਵ ਕਿ ਉਹਨਾਂ ਨੂੰ ਨਸ਼ਾ ਦਵਾ ਕੇ ਮਸਤ ਕਰਕੇ ਹਾਥੀਆਂ ਨੂੰ, ਤੇ ਉਹ ਫਿਰ ਦਹਾੜ ਕੇ ਫਿਰ ਜੰਗ ਮੈਦਾਨ ਵਿੱਚ ਲੜਦੇ ਸਨ।
ਤੇ ਉਹਦੇ 'ਚ ਤਾਕਤ ਵੱਧਦੀ ਆ ਜਾਂਦੀ ਸੀ। ਜਦੋਂ ਬੰਦਾ ਆਮ ਆਦਮੀ ਵੀ ਹੋਵੇ ਨਾ, ਨਸ਼ਾ ਕਰ ਲੇ ਨਾ, ਤੇ ਉਹ ਫਿਰ ਕਿੰਨੀ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਕਿਉਂਕਿ ਉਹ ਨਸ਼ਾ ਬੋਲਦਾ ਹੈ। ਤੇ ਹਾਥੀਆਂ ਵਿੱਚ ਜਦ ਇਤਨੇ ਮਸਤ ਹਾਥੀਆਂ ਨੂੰ ਜਦ ਉਹ ਇਤਨੇ ਮਸਤ ਹੋ ਕੇ ਇਤਨੀ ਤਾਕਤ ਵਾਲੇ ਵੀ ਹੋਣ, ਉਹਨਾਂ ਨੂੰ ਵੀ ਮਾਰ ਮੁਕਾਉਣ ਵਾਲੇ ਹੋਣ, ਤੇ ਮਹਾਰਾਜ ਕਹਿੰਦੇ ਨੇ ਇੰਨਾ ਉਹਨਾਂ ਦੇ ਵਿੱਚ ਬਲ ਹੋਵੇ। ਤੇ ਗੁਰੂ ਸਾਹਿਬ ਫਿਰ ਕੀ ਕਹਿਣਾ ਚਾਹ ਰਹੇ ਨੇ ਹੁਣ ਅਖੀਰਲੀ ਪੰਕਤੀ ਵਿੱਚ? ਗੁਰੂ ਸਾਹਿਬ, ਕਿਉਂਕਿ ਮੈਂ ਅਕਸਰ ਬੇਨਤੀ ਕਰਨਾ, ਕੋਈ ਵੀ ਪੌੜੀ ਹੋਏਗੀ ਉਹਦਾ ਤਤ ਸਾਰ ਅਖੀਰਲੀ ਪੰਕਤੀ ਵਿੱਚ ਹੋਏਗਾ। ਤਾਂ ਗੁਰੂ ਮਹਾਰਾਜ ਹੁਣ ਫੈਸਲਾ ਦੇ ਰਹੇ ਨੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ। ਇੱਥੇ ਕਿਰਪਾ ਨਹੀਂ ਪੜ੍ਹਨਾ, ਇੱਥੇ ਕੱਕੇ ਨੂੰ ਅੱਧਾ ਰਾਰਾ ਹੈ, ਕਿਰਪਾ ਅੱਖਰ ਦਾ ਬੁਲਾਰੀ ਤੇ ਇਸ ਤਰ੍ਹਾਂ ਹੋਏਗੀ, ਪਰ ਭਾਵ ਅਰਥ ਮੇਰੀ ਹੋਏਗੀ ਕਿਰਪਾ। ਲੇਕਿਨ ਅਸੀਂ ਪੜ੍ਹਨਾ ਕੀ ਹੈ? ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ। ਮਹਾਰਾਜ ਕਹਿੰਦੇ ਸ੍ਰੀ ਮਾਇਆ, ਸ੍ਰੀ ਮਾਇਆ ਨੂੰ ਕਹਿੰਦੇ ਨੇ ਸ਼੍ਰੋਮਣੀ, ਮਾਇਆ ਦਾ ਪਤੀ ਸ੍ਰੀ ਭਗਵਾਨ ਕੌਣ ਹੈ? ਮਾਇਆ ਨੂੰ ਬਣਾਉਣ ਵਾਲਾ ਕੌਣ ਹੈ? ਪਰਮਾਤਮਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਸ ਭਗਵਾਨ ਦੀ ਕਿਰਪਾ ਬਿਨ, ਕਿਰਪਾ ਤੋਂ ਬਗੈਰ ਤਿਆਗ ਜਹਾਨ ਨਿਦਾਨ ਚਲੇਂਗੇ। ਉਹ ਤਿਆਗ ਕੇ ਇਸ ਜਹਾਨ ਤੋਂ ਜਦੋਂ ਇਹਨਾਂ ਨੇ ਰੁਖਸਤ ਹੋਣਾ ਹੈ ਨਾ, ਨਿਧਾਨ ਅੰਤ ਸਮੇਂ ਇਹ ਖਾਲੀ ਹੀ ਟੁਰ ਜਾਣਗੇ। ਜਦੋਂ ਇਹਨਾਂ ਨੇ ਜਾਣਾ ਨਾ, ਤਾਂ ਇਸ ਵੇਲੇ ਕਿਉਂਕਿ ਪਰਮਾਤਮਾ ਦੀ ਮਿਹਰ ਇਹਨਾਂ ਤੇ ਨਹੀਂ ਹੈ। ਦੇਖੋ, ਜਦ ਤੱਕ ਪਰਮਾਤਮਾ ਦੀ ਕਿਰਪਾ ਨਹੀਂ ਹੋਏਗੀ, ਸਾਡੇ ਕੋਲ ਜਿਤਨੇ ਮਰਜ਼ੀ ਉਹਦੇ ਸ਼ਕਤੀਆਂ ਹੋਣ, ਪਰ ਉਹ ਸਭ ਬੇਕਾਰ ਨੇ। ਗੁਰੂ ਸਾਹਿਬ ਕਹਿੰਦੇ ਨੇ, ਦੇਖੋ ਗੁਰੂ ਸਾਹਿਬ, ਹੁਣ ਇੱਥੇ ਅਸੀਂ ਇਹ ਨਾ ਸੋਚੀਏ ਕਿ ਗੁਰੂ ਸਾਹਿਬ ਸੂਰਮਿਆਂ ਨੂੰ, ਵੱਡ ਯੋਧਿਆਂ ਦਾ, ਉਹਨਾਂ ਦੇ ਪ੍ਰਤੀ ਕੁਝ ਖਟਾਸ ਕਰ ਰਹੇ ਨੇ। ਨਹੀਂ, ਮਹਾਰਾਜ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ, ਕਿਉਂਕਿ ਮਹਾਰਾਜ ਨੇ ਗੁਰਬਾਣੀ ਵਿੱਚ ਵੀ, ਗੁਰਬਾਣੀ ਵੀ ਸੂਰਵੀਰਾਂ ਦਾ ਬੜਾ ਜ਼ਿਕਰ ਕਰਦੀ ਹੈ। ਪੜ੍ਹਦੇ ਹਾਂ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੇਂ ਸੋ ਕਈਅਤ ਹੈ ਸੂਰਾ, ਆਤਮ ਜਿਣੇ ਸਗਲ ਵਸਤਾਂ ਕੇ ਜਾ ਕਾ ਸਤਿਗੁਰ ਪੂਰਾ। ਤੋ ਗੁਰਬਾਣੀ ਦੇ ਅੰਦਰ ਸੂਰਮਾ ਕਿਹਨੂੰ ਕਹਿੰਦੇ ਨੇ? ਦੋ ਤਰ੍ਹਾਂ ਦੇ ਸੂਰਮੇ ਨੇ ਗੁਰਬਾਣੀ ਵਿੱਚ। ਇੱਕ ਸੂਰਮੇ ਐਸੇ ਨੇ ਜਿਹੜੇ ਮਹਾਰਾਜ ਕਹਿੰਦੇ ਨੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰ ਹੈ। ਉਹ ਕਿਹੜਾ ਵੇ ਜਿਨੇ ਅੰਦਰ ਦੇ ਪੰਜਾਂ ਨੂੰ ਮਾਰਨਾ ਬੜਾ ਔਖਾ ਹੈ। ਦੇਖੋ, ਮੈਂ ਤੁਸੀਂ ਸਾਰਾ ਸੰਸਾਰ, ਅਸੀਂ ਇੱਕ ਨਾ ਇੱਕ ਕਿਸੇ ਨਾ ਕਿਸੇ ਵਿਕਾਰ ਦੇ ਵਿੱਚ ਜਕੜੇ ਹੋਏ ਹਾਂ। ਕਿਹਨੂੰ ਕਾਮ ਵਾਸਨਾ ਖਾ ਰਹੀ ਹੈ, ਕਿਸੇ ਦੇ ਅੰਦਰ ਗੁੱਸਾ ਬਹੁਤ ਹੈ, ਕਿਸੇ ਦੇ ਅੰਦਰ ਲੋਭ ਬਹੁਤ ਹੈ, ਕਿਸੇ ਨੂੰ ਧੀਆਂ ਪੁੱਤਰ ਮਕਾਨ ਦਾ ਲੋਭ ਬਹੁਤ ਹੈ, ਮੋਹ ਬਹੁਤ ਹੈ, ਕਿਸੇ ਨੂੰ ਕਿਸੇ ਨਾ ਕਿਸੇ ਦਾ ਮਾਨ ਹੰਕਾਰ ਹੈ। ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਅੰਦਰ ਦੇ ਵਿਕਾਰਾਂ ਤੋਂ ਅਸੀਂ ਮਰਦੇ ਪਏ ਹਾਂ ਰੋਜ਼। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਪਰ ਜਿਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰੋ ਲੀਰ ਕਰ ਦਿੱਤਾ ਹੈ, ਪਾਤਸ਼ਾਹ ਕਹਿੰਦੇ ਨੇ ਦਰਅਸਲ ਉਹ ਪੰਚ, ਉਹ ਸੂਰ ਹੈ, ਸੂਰਵੀਰ ਹੈ। ਕਿਉਂਕਿ ਮੈਂ ਪਹਿਲਾਂ ਕਿਹਾ, ਦੋ ਧਰਮਾਂ, ਦੋ ਸੂਰਮੇ ਦੇ ਦੋ ਕੰਮ ਨੇ। ਜੇ ਤੁਹਾਡੇ ਅੰਦਰ ਕਿਰਪਾ ਪਰਮਾਤਮਾ ਦੀ ਇਹ ਨਾਮ ਹੈ ਨਾ ਤੁਹਾਡੇ ਪੱਲੇ, ਤੇ ਤਾਕਤ ਹੈ, ਤੁਸੀਂ ਬਾਹਰ ਦੇ ਦੁਸ਼ਮਣਾਂ ਨਾਲ ਲੜ ਸਕਦੇ ਹੋ। ਸ਼ਸਤਰ ਗੁਰੂ ਸਾਹਿਬ ਨੇ ਦਿੱਤੇ ਨੇ। ਤੇ ਜੇ ਨਾਮ ਹੈ, ਕਿਰਪਾ ਹੈ, ਤੇ ਅੰਦਰ ਦੇ ਵੈਰੀਆਂ ਨਾਲ ਵੀ ਲੜ ਸਕਦੇ ਹੋ। ਦੇਖੋ, ਬਾਹਰ ਦੇ ਵੈਰੀਆਂ ਨਾਲ ਤੇ ਸ਼ਸਤਰਾਂ ਦੀ ਲੋੜ ਹੁੰਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਦੇ ਵੈਰੀ ਕਿਵੇਂ ਮਾਰਨੇ ਨੇ। ਮਹਾਰਾਜ ਕਹਿੰਦੇ ਨੇ ਗਰੀਬੀ ਗਦਾ ਹਮਾਰੀ। ਗਦਾ ਸਮਝਦੇ ਹੋ ਨਾ, ਗੁਰਜ ਜਿਹੜਾ ਇੱਕ ਸ਼ਸਤਰ ਹੈ, ਗਦਾ। ਮਹਾਰਾਜ ਕਹਿੰਦੇ ਨੇ ਮੈਂ ਉਹ ਸ਼ਸਤਰ ਗਦਾ ਹੈ ਨਾ, ਗਰੀਬੀ ਬਣਾ ਲਈ ਉਹਨੂੰ ਅੰਦਰ ਦੇ ਜਿਹੜੇ ਵੈਰੀਆਂ ਨੂੰ ਮਾਰਨ ਵਾਸਤੇ ਨਾ। ਦੇਖੋ, ਅੰਦਰ ਦੇ ਵੈਰੀ ਜੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਚਮੜੇ ਹੋਏ ਨੇ ਨਾ, ਤੇ ਮੈਨੂੰ ਖਿਮਾ ਕਰ ਦੇਣਾ, ਕਿਸੇ ਡਾਕਟਰ ਕੋਲ ਜਾ ਕੇ ਜਾਈਏ ਕਿ ਸਾਨੂੰ ਕਾਮ ਵਾਸਨਾ ਤੰਗ ਕਰ ਰਹੀ ਹੈ, ਕ੍ਰੋਧ ਤੰਗ ਕਰ ਰਿਹਾ ਹੈ, ਉਹ ਕਹੇਗਾ ਭਾਈ ਮੈਂ ਤੇ ਨਹੀਂ ਕਰ ਸਕਦਾ ਠੀਕ।
ਮੈਨੂੰ ਲੋਭ ਬੜਾ ਤੰਗ ਕਰ ਰਿਹਾ ਹੈ। ਉਹ ਕਹਿੰਦਾ ਮੈਂ ਖੁਦ ਹੀ ਲੋਭ ਵਿੱਚ ਜਗੜਿਆ ਪਿਆ ਵਾਂ, ਮੈਂ ਤੇ ਖੁਦ ਮਾਇਆ ਦੇ ਚੱਕਰ ਹੀ ਬੈਠਾ ਵਾਂ। ਪਰ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਦੇ ਵਿਕਾਰ ਜਿਹੜੇ ਮਾਰਨੇ ਨੇ ਨਾ, ਉਹ ਮਾਰਨੇ ਨੇ ਗਰੀਬੀ ਕਰਕੇ। ਗਰੀਬੀ ਗਦਾ ਹਮਾਰੀ, ਗਰੀਬੀ ਕੀ ਨਿਮਰਤਾ। ਕਹਿੰਦੇ ਨੇ ਮੈਂ ਆਪਣਾ ਜਿਹੜਾ ਸ਼ਸਤਰ ਸੀ ਨਾ ਉਹਨੂੰ ਨਿਮਰਤਾ ਬਣਾ ਲਿਆ, ਨਿਮਰਤਾ ਵਾਲਾ ਸੁਭਾਅ ਬਣਾ ਲਿਆ। ਖੰਡਾ ਸਗਲ ਰੇਨ ਛਾਰੀ, ਜਿਹੜਾ ਖੰਡਾ ਹੁੰਦਾ ਨਾ ਉਹਨੂੰ ਮੈਂ ਸਾਰਿਆਂ ਦੀ ਧੂੜੀ ਬਣਾ ਲਈ। ਭਾਵ ਕਿ ਨਿਮਰਤਾ ਵਿੱਚ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਰਕੇ ਇਹਨਾਂ ਨੂੰ ਵਿਕਾਰਾਂ ਨੂੰ ਜਿੱਤਣ ਦਾ ਮੈਂ ਯਤਨ ਕੀਤਾ। ਤੁਸੀਂ ਕੋ ਹੁਣ ਪੁਰਾਤਨ ਵਿੱਚ ਕੀ ਸੀ, ਜਿਨ੍ਹਾਂ ਦੇ ਅੰਦਰ ਲੋਭ ਚਮੜਿਆ ਹੋਇਆ ਸੀ ਨਾ, ਤੇ ਉਹਨਾਂ ਦੀ ਮਨ ਵਿੱਚ ਸੋਚ ਸੀ। ਜਪਜੀ ਸਾਹਿਬ ਅਸੀਂ ਵਿਚਾਰ ਕਰਕੇ ਆਏ ਆ ਨਾ, ਮਾਰੇ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਪੁਰਾਤਨ ਲੋਕ ਕੀ ਸਮਝਦੇ ਸਨ, ਕਈ ਫਿਰਕੇ ਐਸੇ ਸਨ ਕਿ ਮਾਇਕ ਪਦਾਰਥਾਂ ਦੀ ਕਮੀ, ਮਾਇਕ ਪਦਾਰਥਾਂ ਨੂੰ ਇਕੱਠੇ ਕਰੀ ਜਾਓ, ਇਕੱਠੇ ਕਰੀ ਜਾਓ, ਇੱਕ ਦਿਨ ਐਸਾ ਆਏਗਾ ਅਸੀਂ ਇਹਨਾਂ ਤੋਂ ਨਿਜਾਤ ਪਾ ਸਕਨੇ ਹਾਂ। ਮਹਾਰਾਜ ਕਹਿੰਦੇ ਨੇ ਨਹੀਂ, ਭੁੱਖਿਆਂ ਭੁੱਖ ਨਾ ਉਤਰੀ। ਦੇਖੋ ਅੱਗ ਵਿੱਚ ਬਾਲਣ ਪਾਈ ਜਾਈਏ, ਕਿਉਂਕਿ ਅੱਗ ਬੁਝ ਜਾਏ, ਨਹੀਂ ਬੁਝ ਸਕਦੀ, ਉਹ ਤੇ ਹੋਰ ਭਾਂਬੜ ਮੱਚਣਗੇ। ਕਈ ਫਿਰਕੇ ਐਸੇ ਸਨ, ਮਾਇਆ ਇਕੱਠੀ ਕਰੀ ਜਾਓ, ਕਰੀ ਜਾਓ, ਕਰੀ ਜਾਓ, ਇੱਕ ਦਿਨ ਐਸਾ ਆਏਗਾ ਤੁਹਾਡੇ ਅੰਦਰ ਸੰਤੋਖ ਆ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਕਦੀ ਵੀ ਨਹੀਂ ਹੋ ਸਕਦਾ। ਇਹ ਤੇ ਤੇਰੀ ਇੱਛਾ ਹੋਰ ਵੱਧਦੀ ਜਾਏਗੀ। ਸਹਿਸ ਖਟੈ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਉਹ ਫਿਰ ਹੋਰ ਆ ਜਾਏ, ਹੋਰ ਆ ਜਾਏ। ਕੋਡੀ ਕੋਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋੜ। ਉਹ ਤੇ ਫਿਰ ਹੋਰ ਆ ਜਾਏ, ਹੋਰ ਹੋਰ ਦੇ ਵਿੱਚ ਉਹਦਾ ਜੀਵਨ ਹੀ ਖਤਮ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਦੇ ਵਿਕਾਰਾਂ ਨੂੰ ਇਸ ਤਰ੍ਹਾਂ ਨਹੀਂ ਮਾਰਿਆ ਜਾ ਸਕਦਾ। ਤੁਸੀਂ ਕਹੋ ਜੀ ਮੈਨੂੰ ਕੰਮ ਵਾਸਨਾ ਤੰਗ ਕਰ ਰਹੀ ਹੈ ਔਰ ਇਹਦਾ ਮੈਂ ਜ਼ਿਆਦਾ ਭੋਗ ਕਰਕੇ ਇਸ ਤੋਂ ਨਿਜਾਤ ਪਾ ਲਾਂਗਾ, ਨਹੀਂ ਪਾਈ, ਨਹੀਂ ਪਾਈ। ਇਹਦੇ ਨਾਲ ਤੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜੋ ਕੰਚਨ ਸੁਹਾਗਾ ਟਾਲੇ, ਜਿਸ ਤਰ੍ਹਾਂ ਕਾਇਆ ਕ੍ਰੋਧ ਔਰ ਕਾਮ ਕਰਕੇ ਇੱਕ ਦਿਨ ਖਤਮ ਹੋ ਜਾਏਗੀ। ਜਿਹੜਾ ਜ਼ਿਆਦਾ ਕਾਮ ਵਾਸਨਾ ਵਿੱਚ ਲੀਨ ਹੁੰਦਾ ਨਾ, ਉਹਦੇ ਵਿੱਚ ਕ੍ਰੋਧ ਵੀ ਬੜਾ ਹੁੰਦਾ ਜੇ। ਤੇ ਉਹ ਮਹਾਰਾਜ ਕਹਿੰਦੇ ਨੇ ਇਹ ਕਾਇਆ ਨੂੰ, ਤੁਹਾਡੀ ਸਰੀਰ ਨੂੰ ਗਾਲ ਰਹੇ ਨੇ, ਖਤਮ ਕਰ ਰਹੇ ਨੇ। ਤੁਸੀਂ ਸੋਚੋ ਕਿ ਇਹਨਾਂ ਨੂੰ ਜ਼ਿਆਦਾ ਭੋਗ ਕੇ ਮੈਂ ਠੀਕ ਹੋ ਜਾਵਾਂਗਾ। ਮਹਾਰਾਜ ਕਹਿੰਦੇ ਨਹੀਂ, ਇਹਦੇ ਨਾਲ ਤੇਰੀ ਆਤਮਿਕ ਰੂਹਾਨੀਅਤ ਵੀ ਡਾਊਨ ਹੋਏਗੀ ਤੇ ਤੇਰਾ ਸਰੀਰ ਵੀ ਕਮਜ਼ੋਰ ਹੋਏਗਾ। ਜਿਤਨੀ ਕੁ ਜ਼ਰੂਰਤ ਸੰਸਾਰ ਦੇ ਵਿੱਚ ਪਰਮਾਤਮਾ ਨੇ ਦਿੱਤੀ, ਹਰ ਚੀਜ਼ ਦੇਖੋ ਲਿਮਟ ਵਿੱਚ ਹੈ। ਤੁਸੀਂ ਖਾਣਾ ਖਾਂਦੇ ਹੋ, ਜੇ 2 ਪ੍ਰਸ਼ਾਦੇ ਖਾਂਦੇ ਹੋ, 4 ਖਾ ਕੇ ਦੇਖ ਲਓ ਕੀ ਹੋਏਗਾ। ਓਵਰ ਹੋ ਜਾਏਗਾ ਕੰਮ, ਓਵਰ ਡਾਈਟਿੰਗ। ਕੀ ਹੋਏਗਾ ਫਿਰ ਬਾਅਦ 'ਚੋਂ ਪਰੇਸ਼ਾਨੀ ਹੋਏਗੀ। ਇਸੇ ਤਰ੍ਹਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਅਸੀਂ ਕੱਢਣਾ ਨਹੀਂ ਸਰੀਰ ਵਿੱਚੋਂ, ਇਹਨਾਂ ਦੀ ਜ਼ਰੂਰਤ ਹੈ। ਜੇ ਕਾਮ ਨਹੀਂ ਹੋਏਗਾ ਨਾ ਤੇ ਸੰਸਾਰ ਦੀ ਉਤਪਤੀ ਨਹੀਂ ਹੋਏਗੀ। ਪਰ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਉਹ ਗੁਰੂ ਸਾਹਿਬ ਸਮਝਾਉਂਦੇ ਨੇ। ਕਈ ਕਹਿੰਦੇ ਨੇ ਇਹਨਾਂ ਪੰਜਾਂ ਤੋਂ ਮੈਨੂੰ ਛੁਟਕਾਰਾ ਪਾ ਦਿਓ। ਨਹੀਂ, ਇਹ ਪੰਜਾਂ ਨੂੰ ਕੱਢ ਦਿਓ ਮੇਰੇ ਵਿੱਚੋਂ। ਨਹੀਂ, ਉਹ ਨਿਕਲਣ ਵਾਲੇ ਨਹੀਂ। ਜੇ ਨਿਕਲਣੇ ਹੁੰਦੇ ਤੇ ਮਹਾਰਾਜ ਪਾਉਂਦੇ ਕਿਉਂ? ਇਹਨਾਂ ਦੀ ਵਰਤੋਂ ਠੀਕ ਕਰਨੀ ਹੈ। ਦੇਖੋ ਕਾਮ ਨਹੀਂ ਹੋਏਗਾ, ਸੰਸਾਰ ਕਿਤੋਂ, ਸਾਰਾ ਸੰਸਾਰ ਕਾਮ ਤੋਂ ਪੈਦਾ ਹੋਇਆ ਹੈ। ਕ੍ਰੋਧ ਨੂੰ ਅਸੀਂ 20 ਰਸ ਵਿੱਚ ਲੈਣਾ ਹੈ। ਕ੍ਰੋਧ ਕਰੋ, ਪਰ ਜਿੱਥੇ ਜ਼ੁਲਮ ਹੋ ਰਿਹਾ ਹੈ, ਜਿੱਥੇ ਕਿਸੇ ਨਿਹੱਤੇ ਦੇ ਵਾਰ ਹੋ ਰਿਹਾ ਹੈ, ਜਿੱਥੇ ਕਿਸੇ ਨਾਲ ਕੋਈ ਧੱਕਾਸ਼ਾਹੀ ਹੋ ਰਹੀ ਹੈ, ਉੱਥੇ 20 ਰਸ ਕਰੋ। ਉਸ ਕ੍ਰੋਧ ਨੂੰ 20 ਰਸ ਵਿੱਚ। ਇਹ ਨਹੀਂ ਕਿ ਮਹਾਰਾਜ ਵਿੱਚ 20 ਰਸ ਨਹੀਂ। ਕ੍ਰੋਧ ਨਹੀਂ ਹੋਏਗਾ ਤੇ ਜੰਗਾਂ ਕਿੱਥੋਂ ਲੜਾਂਗੇ ਅਸੀਂ? ਦੱਸੋ, ਮੇਰੇ 'ਚ ਕ੍ਰੋਧ ਨਹੀਂ, ਮਹਾਰਾਜ ਵਿੱਚ 20 ਰਸ ਸੀ, ਤਾਂ ਹੀ ਤੇ ਜੰਗਾਂ ਲੜੀਆਂ। ਉਹ ਫਿਰ ਜੰਗਾਂ ਤੇ ਜਿੱਤ ਪਾਈ। ਮੋਹ ਵੀ ਹੋਵੇ, ਮੋਹ ਕਾਹਦਾ ਹੋਵੇ? ਮੋਹ ਨੂੰ ਅਸੀਂ ਪਿਆਰ ਵਿੱਚ ਤਬਦੀਲ ਕਰਨਾ ਹੈ। ਪਰਿਵਾਰ ਹੈ, ਉਹਦੇ ਵਿੱਚ ਮੋਹ ਨਹੀਂ, ਉਹਦੇ ਨਾਲ ਪਿਆਰ ਪਾਉਣਾ ਹੈ। ਜੇ ਪਿਆਰ ਹੋਏਗਾ ਤੁਹਾਨੂੰ ਸਾਰਾ ਦੁਨੀਆ ਦੇ ਪਰਿਵਾਰ ਚੰਗੇ ਲੱਗਣਗੇ। ਮੋਹ ਹੋਏਗਾ ਉਹ ਮੇਰਾ ਪਰਿਵਾਰ ਚੰਗਾ ਲੱਗੇਗਾ, ਦੂਜੇ ਦਾ ਨਹੀਂ ਲੱਗੇਗਾ। ਗੁਰੂ ਸਾਹਿਬ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਸਮਝਾਉਂਦੇ ਨੇ। ਤੇ ਜੇ ਪੰਜਾਂ ਨੂੰ ਕੱਢਣਾ ਹੀ ਹੁੰਦਾ ਤੇ ਮਹਾਰਾਜ ਇਹਦੇ ਵਿੱਚ ਪਾਉਂਦੇ ਕਿਉਂ?
ਇਹਨਾਂ ਦੀ ਵਰਤੋਂ ਠੀਕ ਕਰਨੀ ਹੈ। ਕਾਮ ਦੀ ਵਰਤੋਂ ਕਿਵੇਂ ਕਰਨੀ ਹੈ, ਕ੍ਰੋਧ ਦੀ ਵਰਤੋਂ ਕਿਵੇਂ ਕਰਨੀ ਹੈ। ਲੋਭ ਨਹੀਂ ਹੋਏਗਾ, ਪਰ ਜੇ ਮੇਰੇ ਅੰਦਰ ਲੋਭ ਹੀ ਨਹੀਂ ਤੇ ਮੈਂ ਤਾਂ ਘਰ ਸੁੱਤਾ ਰਵਾਂਗਾ। ਮਹਾਰਾਜ ਕਿਹਾ ਲੋਭ, ਤੂੰ ਉਦਮੀ ਬਣ। ਦੇਖੋ ਲੋਭ ਹੁੰਦਾ ਤਾਂ ਹੀ ਅਸੀਂ, ਜੇ ਘਰ ਵਿੱਚ ਲੋੜ ਹੈ ਚੀਜ਼ਾਂ ਦੀ ਤਾਂ ਹੀ ਅਸੀਂ ਸਾਰੇ ਕੰਮਾਂ ਵਿੱਚ ਜਾਂਦੇ ਹਾਂ। ਪਰ ਉਹ ਲੋਭ ਦੇ ਅੰਦਰ ਐਸਾ ਲੋਭ ਨਾ ਹੋਵੇ ਜਿਹਦੇ ਨਾਲ ਪਰਮਾਤਮਾ ਵਿਸਰ ਜਾਏ। ਤਾਂ ਗੁਰੂ ਮਹਾਰਾਜ ਨੇ ਸਾਨੂੰ ਇਹ ਚੀਜ਼ਾਂ ਬੜੇ ਪਿਆਰ ਨਾਲ ਸਮਝਾਈਆਂ ਨੇ। ਤਾਂ ਸੂਰਵੀਰ ਗੁਰੂ ਸਾਹਿਬ ਕਹਿੰਦੇ ਨੇ ਐਸੇ ਨੇ ਜਿਹੜੇ ਖੰਨਾ ਸਗਲ ਰੇਨ ਛਾਰੀ, ਗਰੀਬੀ ਗਦਾ ਹਮਾਰੀ। ਮਹਾਰਾਜ ਕਹਿੰਦੇ ਨੇ ਇਸ ਆਗੇ ਕੋ ਨਾ ਟਿਕੇ ਵਿਕਾਰੀ। ਪਰ ਜਦੋਂ ਮੈਂ ਨਿਮਰਤਾ ਧਾਰਨ ਕਰ ਲਈ, ਜਦੋਂ ਮੈਂ ਚਰਨਾਂ ਦੀ ਸਾਰਿਆਂ ਦੀ ਧੂੜ ਬਣ ਗਿਆ, ਤੇ ਮਹਾਰਾਜ ਕਹਿੰਦੇ ਨੇ ਫਿਰ ਇਹਨਾਂ ਵਿਕਾਰਾਂ ਦੇ ਅੱਗੇ ਨਾ ਇਸ ਗੁਰਜ ਖੰਡੇ ਜਿਹੜਾ ਮੇਰੇ ਗਦਾ ਸੀ, ਜਿਹੜੀ ਮੇਰੀ ਨਿਮਰਤਾ ਸੀ, ਚਰਨ ਧੂੜੀ ਸੀ, ਮਹਾਰਾਜ ਕਹਿੰਦੇ ਨੇ ਇਸ ਆਗੇ ਕੋ ਨਾ ਟਿਕੇ ਵਿਕਾਰੀ। ਹੁਣ ਕੋਈ ਵਿਕਾਰ ਟਿਕਦਾ ਨਹੀਂ ਹੈ, ਹੁਣ ਮੇਰੇ ਤੇ ਹਾਵੀ ਨਹੀਂ ਹੈ। ਪਹਿਲਾਂ ਵਿਕਾਰ ਮੇਰੇ ਤੇ ਹਾਵੀ ਸਨ, ਪਰ ਜਦੋਂ ਦੀ ਮੈਂ ਨਿਮਰਤਾ ਔਰ ਨੀਵਾਂ ਹੋ ਕੇ ਚੱਲਿਆ, ਇਹਨਾਂ ਵਿਕਾਰਾਂ ਤੋਂ ਮੈਂ ਜਿੱਤ ਪਾ ਲਈ। ਗੁਰਪੂਰੇ ਇਹ ਗੱਲ ਸਾਰੀ ਮੈਨੂੰ ਪੂਰੇ ਗੁਰੂ ਨੇ ਇਹ ਗੱਲ ਮੈਨੂੰ ਸਮਝਾ ਦਿੱਤੀ ਕਿ ਭਾਈ ਜੇ ਅੰਦਰ ਦੇ ਵਿਕਾਰਾਂ ਨੂੰ ਤੂੰ ਠੱਲ ਪਾਣੀ ਹੈ ਨਾ, ਤੇ ਇੱਕ ਗੱਲ ਯਾਦ ਰੱਖ, ਉਹਦੇ ਵਾਸਤੇ ਤੈਨੂੰ ਪਤਾ ਕੀ ਕਰਨਾ ਪਵੇਗਾ। ਉਹਦੇ ਵਾਸਤੇ ਤੂੰ ਨੀਵਾਂ ਹੋ ਜਾ, ਉਹਦੇ ਵਾਸਤੇ ਨਿਮਰਤਾ ਗ੍ਰਹਿਣ ਕਰ ਲੈ, ਉਹਦੇ ਵਾਸਤੇ ਗਰੀਬੀ ਨੂੰ ਧਾਰਨ ਕਰ ਲੈ। ਗੁਰਮਤਿ ਰਿਦੇ ਗਰੀਬੀ ਆਵੇ। ਦੇਖੋ ਸੂਰਵੀਰ ਇਹ ਨਹੀਂ ਕਿ ਗੁਰੂ ਸਾਹਿਬ ਦੇ ਸਮੇਂ ਨਹੀਂ ਹੋਏ ਨੇ। ਮੈਂ ਕੱਲ੍ਹ ਇੱਕ ਇਤਿਹਾਸ ਪੜ੍ਹ ਰਿਹਾ ਸੀ। ਮਹਾਰਾਜ ਬੜੀ ਜਵਾਨੀ ਦੇ ਵਿੱਚ ਨਾ 21 ਸਾਲ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਪੌਂਟਾ ਸਾਹਿਬ ਸਨ, ਉੱਥੇ ਬਾਣੀ ਉਚਾਰੀ। 21 ਸਾਲ ਦੀ ਉਮਰ ਸੀ ਜਦੋਂ ਇਹ ਤੋਂ ਪ੍ਰਸਾਦ ਸੋਈਏ ਉਚਾਰੇ ਮਹਾਰਾਜ ਪੌਂਟਾ ਸਾਹਿਬ। ਤੇ ਧਿਆਨ ਨਾਲ ਸੁਣਨਾ, ਦੋ ਤਰ੍ਹਾਂ ਦੇ ਸੂਰਵੀਰ ਨੇ। ਇੱਕ ਤੇ ਅੰਦਰ ਦੇ ਅਸੀਂ ਕੀਤਾ ਵੀ ਅੰਦਰੋਂ ਆਤਮ ਜਿਣੇ ਸਗਲ ਵਸਤਾਂ ਕੇ, ਕਿਵੇਂ ਅਸੀਂ ਅੰਦਰ ਦੇ ਸੂਰਵੀਰ, ਅੰਦਰ ਦੇ ਇਹਨਾਂ ਨੂੰ ਮਾਰਨਾ, ਕਿਸ ਤਰ੍ਹਾਂ ਕਾਬੂ ਪਾਉਣਾ ਹੈ। ਪਰ ਹੁਣ ਬਾਹਰ ਦੇ ਵੀ ਤੇ ਹੈ ਨੇ, ਤਾਂ ਹੀ ਮਹਾਰਾਜ ਨੂੰ ਜੰਗਾਂ ਵੀ ਲੜਨੀਆਂ ਪਈਆਂ। ਉਹਦੇ ਵਾਸਤੇ ਵੀ ਸਾਨੂੰ ਯੋਧਾ ਹੋਣਾ ਜ਼ਰੂਰੀ ਹੈ। ਡਰ ਨਹੀਂ। ਜੇ ਪਰਮਾਤਮਾ ਦਾ ਭੈ ਹੋਏਗਾ ਫਿਰ ਦੁਨੀਆ ਦਾ ਭੈ ਨਹੀਂ ਹੋਏਗਾ। ਜਦੋਂ ਦੁਨੀਆ ਦਾ ਭੈ ਹੋਏਗਾ ਫਿਰ ਪਰਮਾਤਮਾ ਵੱਲ ਸਾਨੂੰ ਡਰ ਹੀ ਨਹੀਂ ਲੱਗੇਗਾ। ਕਿਉਂ? ਕਿਉਂਕਿ ਸਾਨੂੰ ਦੁਨੀਆ ਤੋਂ ਹੀ ਪਹਿਲਾਂ ਡਰ ਲੱਗ ਰਿਹਾ। ਪਰ ਜੇ ਦੁਨੀਆ ਤੋਂ ਭੈ ਤੋਂ ਬਚਣਾ ਹੈ ਤਾਂ ਪਰਮਾਤਮਾ ਦੇ ਭੈ ਤੋਂ, ਭੈ ਵਿੱਚ ਰਹਿ ਪਰਮਾਤਮਾ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦ 21 ਸਾਲ ਦੀ ਆਰਬਲਾ ਸੀ ਨਾ, ਤੇ ਇੱਥੇ ਬਾਣੀ ਉਚਾਰ ਰਹੇ ਸਨ। ਤੇ 22 ਸਾਲ ਦੀ ਜਦ ਮਹਾਰਾਜ ਦੀ ਆਰਜਾ ਹੋਈ ਨਾ, ਪਹਿਲਾ ਯੁੱਧ ਮਹਾਰਾਜ ਨੇ ਲੜਿਆ ਉਹ ਸੀ ਭੰਗਾਣੀ ਦਾ ਯੁੱਧ, ਕੁਝ ਹੀ ਦੂਰੀ 'ਤੇ ਵੇ ਪੌਂਟਾ ਸਾਹਿਬ ਤੋਂ। ਤੇ ਜਦ ਯੁੱਧ ਹੋਣਾ ਸੀ ਤੇ ਉਸ ਵੇਲੇ ਮਹਾਰਾਜ ਨੇ ਸਾਰਿਆਂ ਨੂੰ ਬੁਲਾਇਆ। ਕੋਈ ਮਹਾਰਾਜ ਕੋਈ ਯੋਧੇ ਥੋੜ੍ਹਾ ਸਨ, ਕੋਈ ਹਲਵਾਈ ਸੀ, ਕੋਈ ਤਕੜੀ ਤੋਲਣ ਵਾਲਾ ਸੀ, ਕੋਈ ਜਿਸ ਤਰ੍ਹਾਂ ਕਿਰਤ ਕਰਨ ਵਾਲਾ ਸੀ, ਕੋਈ ਸਬਜ਼ੀ ਵੇਚਣ ਵਾਲਾ ਸੀ। ਹਰ ਤਰ੍ਹਾਂ ਦਾ ਛੋਟੇ ਬੰਦਿਆਂ ਨੂੰ ਮਹਾਰਾਜ ਨੇ ਯੁੱਧ ਵਿੱਚ ਤਿਆਰ ਕੀਤਾ। ਲੜਨਾ ਕਿਸੇ ਨੂੰ ਆਉਂਦਾ ਨਹੀਂ, ਪਰ ਜੇ ਉਹਦੀ ਕਿਰਪਾ ਹੋਵੇ ਤੇ ਫਿਰ ਉਹ ਚਾਹਵੇ ਤੇ ਸਭ ਕੁਝ ਕਰਾ ਸਕਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਉਹ ਚਾਹਵੇ ਤੇ ਸਭ ਕੁਝ ਕਰ ਸਕਦਾ ਹੈ। ਉਹ ਪਿੰਗਲ ਪਰਬਤ ਭਾਰ ਭਰੇ ਕਲ ਚਤੁਰ ਬਕੀਤਾ। ਤੇ ਇੱਕ ਹਲਵਾਈ ਸੀ, ਉਹ ਸੀ ਕਿਰਪਾਲ ਦਾਸ ਉਦਾਸੀ ਸੀ। ਬੜੇ ਬੰਦੇ ਨਾਲ ਲੈ ਕੇ ਆਇਆ, ਯੁੱਧ ਲੜਨ ਲਗਾ, ਪਰ ਉਹਦੇ ਸਾਥੀ ਸਾਰੇ ਭੱਜ ਗਏ। ਮਹਾਰਾਜ ਮੁਸਕਰਾ ਪਏ। ਮਹਾਰਾਜ ਕਹਿੰਦੇ ਤੇਰੇ ਬੰਦੇ ਤੇ ਸਾਰੇ ਭੱਜ ਗਏ ਨੇ, ਯੁੱਧ ਕੋ ਇਕੱਲਾ ਲੜੇਗਾ, ਤੈਨੂੰ ਤੇ ਆਂਦਾ ਹੀ ਨਹੀਂ ਲੜਨਾ। ਮਹਾਰਾਜ ਉਹਦੇ ਹੱਥ 'ਚ ਸੋਟਾ, ਜਿਹੜਾ ਭੰਗਾਣੀ ਦਾ ਯੁੱਧ ਹੋਇਆ ਨਾ, ਤੇ ਉਹਦੇ ਹੱਥ 'ਚ ਬਹੁਤ ਮੋਟਾ ਸੋਟਾ ਸੀ। ਦੇਖੋ ਪਤਝੜ ਆਉਂਦੀ ਹੈ ਨਾ,
ਪੱਤੇ ਸਾਰੇ ਝੜ ਜਾਂਦੇ ਨੇ ਪਰ ਜੜ ਮਜ਼ਬੂਤ ਹੋਵੇ ਤੇ ਫਿਰ ਹਰਿਆਵਲ ਆਏਗੀ, ਪੱਤੇ ਫਿਰ ਆ ਜਾਣਗੇ। ਮਹਾਰਾਜ ਕਹਿੰਦੇ ਚੱਲ ਤੂੰ ਤੇ ਹੈਗਾ ਨਾ, ਜੜ ਤੇ ਤੂੰ ਹੈ ਹੀ ਹੈ ਨਾ, ਤੇਰੇ ਸਾਥੀ ਚਲੇ ਗਏ ਨੇ, ਕੋਈ ਗੱਲ ਨਹੀਂ। ਕਹਿੰਦਾ ਮਹਾਰਾਜ ਤੁਸੀਂ ਨਾ ਮੇਰੇ ਸੀਸ ਤੇ ਹੱਥ ਰੱਖ ਦਿਓ ਤੇ ਜੰਗ ਮੈਂ ਵੀ ਲੜ ਲਾਂਗਾ। ਕਹਿੰਦੇ ਮੈਂ ਕਦੀ ਸ਼ਸਤਰ ਤੇ ਚਲਾਣਾ, ਕਦੀ। ਮਹਾਰਾਜ ਕਹਿੰਦੇ ਤੂੰ ਸ਼ਸਤਰ ਤੇ ਚਲਾਣਾ ਹੀ ਨਹੀਂ ਆਉਂਦਾ ਤੇ ਲੜੇਗਾ ਕੀ? ਮਹਾਰਾਜ ਕਹਿੰਦਾ ਮਹਾਰਾਜ ਤੁਸੀਂ ਮੇਰੇ ਤੇ ਹੱਥ ਰੱਖੋਗੇ ਨਾ, ਕਿਉਂਕਿ ਮਹਾਰਾਜ ਦੇ ਨਾਲ ਕੌਣ ਸੀ? ਇਹੋ ਹੀ ਸਨ, ਹਲਵਾਈ ਸਨ, ਮੱਝਾਂ ਚਾਰਨ ਵਾਲੇ, ਸਮਾਨ ਤੋਲਣ ਵਾਲੇ, ਜਿਨ੍ਹਾਂ ਨੇ ਜ਼ਿੰਦਗੀ 'ਚ ਕਦੀ ਲੜੇ ਹੀ ਨਹੀਂ ਸਨ। ਪਰ ਜੇ ਨਾਮ ਪੱਲੇ ਵੇ, ਗੁਰੂ ਦਾ ਥਾਪੜਾ ਪੱਲੇ ਵੇ, ਭਾਈ ਬਚਿੱਤਰ ਸਿੰਘ ਵਰਗੇ ਕੀ ਸਨ, ਸਰੀਰ ਐਨ ਪਤਲਾ, ਪਰ 10 ਲੱਖ ਦੀ ਫੌਜ ਦਾ ਉਸ ਮਸਤ ਹਾਥੀ ਨਾਲ ਕੀਤਾ ਨਾ ਟਾਕਰਾ। ਕਹਿੰਦਾ ਮਹਾਰਾਜ ਤੁਸੀਂ ਹੱਥ ਰੱਖੋ ਤੇ ਡੰਡਾ ਲੈ ਲਿਆ। ਹੁਣ ਇੱਕ ਡੰਡਾ ਤੇ ਸਾਹਮਣੇ ਫੌਜਾਂ, ਤੇ ਇਹਦਾ ਮੁਕਾਬਲਾ ਹੋ ਗਿਆ ਹਯਾਤ ਖਾਨ ਦੇ ਨਾਲ। ਹਯਾਤ ਖਾਨ ਉਹ ਸੀ ਜਿਹੜਾ ਬੁੱਧੂ ਸ਼ਾਹ ਦੇ ਨਾਲ ਜਰਨੈਲ ਸੀ, 4 ਜਰਨੈਲ ਸੀ ਉਹਦੇ ਨਾਲ, ਪਰ ਉਹ ਬਾਗੀ ਹੋ ਗਏ ਤੇ ਉਹ ਪਹਾੜੀ ਰਾਜਿਆਂ ਨਾਲ ਮਿਲ ਗਏ। ਇੱਕੋ ਹੀ ਕਾਲੇ ਖਾਂ ਗੁਰੂ ਸਾਹਿਬ ਦੇ ਨਾਲ ਰਿਹਾ, ਬਾਕੀ ਸਭ ਬਾਗੀ ਹੋ ਗਏ। ਤੇ ਉਹਨੇ ਜਾ ਕੇ ਹਯਾਤ ਖਾਨ ਨੇ ਕਿਹਾ, ਪਹਾੜੀਆਂ ਨੇ ਜਿਹੜਾ ਯੁੱਧ ਕੀਤਾ ਭੰਗਾਣੀ ਦਾ, ਤੇ ਉਹ ਮਹਾਰਾਜ ਕਹਿੰਦੇ ਨੇ ਪਹਾੜੀਆਂ ਨੂੰ, ਉਹਨੇ ਹਯਾਤ ਖਾਨ ਨੇ ਕਿਹਾ ਮਹਾਰਾਜ ਕੋਲ ਤੇ ਕੋਈ ਵੀ ਨਹੀਂ ਹੈ, ਨਾ ਇੰਨੇ ਸ਼ਸਤਰ ਵੀ ਨਹੀਂ ਹੈਗੇ, ਜਿਹੜੇ ਲੜਨ ਵਾਲੇ ਨੇ ਉਹ ਤੇ ਕਿਰਤੀ ਬੰਦੇ ਨੇ, ਉਹਨਾਂ ਤੇ ਯੁੱਧ ਵੀ ਨਹੀਂ ਕਰਨਾ ਆਉਂਦਾ। ਹਯਾਤ ਖਾਨ ਉਹਦੇ ਸਾਹਮਣੇ ਆ ਗਿਆ। ਕਿਰਪਾਲ ਦਾਸ ਦੇ ਉਦਾਸੀ ਸੀ ਜਦ ਆਮਣੇ ਸਾਹਮਣੇ ਹੋਇਆ, ਪਰ ਮਹਾਰਾਜ ਦਾ ਥਾਪੜਾ ਸੀ, ਜਿਸ ਜਨ ਉੱਪਰ ਤੇਰੀ ਕਿਰਪਾ, ਜਿਹਦੇ ਉੱਤੇ ਉਹਦੀ ਕਿਰਪਾ ਹੋਵੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਸਾਹਮਣੇ ਲੜਾਈ ਹੋਈ, ਉਹਨੇ ਵਾਰ ਕੀਤਾ, ਕਿਰਪਾਲ ਦਾਸ ਬਚਿਆ, ਪਰ ਉਹਨੇ ਉਹੀਓ ਡੰਡਾ ਲੈ ਕੇ ਉਹਦੇ ਸਿਰ ਤੇ ਜਿਹੜਾ ਉਹਨੇ ਲੋਹੇ ਦਾ ਟੋਪ ਪਾਇਆ ਸੀ ਨਾ, ਐਸ ਘੁਮਾ ਕੇ ਮਾਰਿਆ ਕਿ ਉਹਦਾ ਜਿਹੜਾ ਲੋਹੇ ਦਾ ਸਰ ਦੇ ਉੱਤੇ ਜਿਹੜਾ ਟੋਪ ਸੀ ਉਹ ਤੇ ਟੁੱਟਿਆ ਹੀ ਟੁੱਟਿਆ। ਸਰੀਰ ਜਦੋਂ ਸਿਰ ਦੇ ਉੱਤੇ ਉਹ ਡੰਡਾ ਜਾ ਕੇ ਲੱਗਿਆ, ਸਰੀਰ ਦਾ ਮਿੱਝ ਸਭ ਕੁਝ ਨਿਕਲ ਕੇ ਬਾਹਰ ਆ ਗਿਆ। ਇਸ ਤਰ੍ਹਾਂ ਬਾਹਰ ਆਇਆ ਜਿਸ ਤਰ੍ਹਾਂ ਕਿਸ਼ਨ ਮਹਾਰਾਜ ਉਹ ਮੱਖਣ ਦੀ ਜਿਹੜੀ ਮਟਕੀ ਭਰੀ ਹੋਈ ਜਦੋਂ ਤੋੜੀ ਤੇ ਮੱਖਣ ਬਾਹਰ ਆਉਂਦਾ ਨਾ, ਉਸ ਤਰ੍ਹਾਂ ਉਸ ਕਿਰਪਾਲ ਦਾਸ ਨੇ ਉਸ ਹਯਾਤ ਖਾਨ ਦਾ ਸਿਰ ਇਸ ਤਰ੍ਹਾਂ ਪਾੜਿਆ, ਉਹਦਾ ਮਿੱਝ ਕੱਢ ਕੇ ਬਾਹਰ ਰੱਖ ਦਿੱਤਾ। ਕਿਉਂ? ਕਿਉਂਕਿ ਗੁਰੂ ਦੀ ਕਿਰਪਾ ਉਹਦੇ ਨਾਲ ਸੀ। ਇਹ ਭੰਗਾਣੀ ਦਾ ਯੁੱਧ ਹੋਇਆ ਬੜਾ ਜ਼ਬਰਦਸਤ। ਉੱਥੇ ਹਰੀਚੰਦ ਵੀ ਸੀ ਜਿਹਨੇ ਲੜਿਆ ਗੁਰੂ ਸਾਹਿਬ ਦੇ ਨਾਲ। ਹਰੀਚੰਦ ਉਹ ਵੇ ਜਿਹਨੇ ਬੀਬੀ ਵੀਰੋ ਦੇ ਪੁੱਤਰ ਨੂੰ ਵੀ ਸ਼ਹੀਦ ਕੀਤਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਦਾ ਪੁੱਤਰ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ ਕਹਿ ਲਓ, ਹਰਗੋਬਿੰਦ ਪਾਤਸ਼ਾਹ ਦੀ ਸਪੁੱਤਰੀ ਬੀਬੀ ਵੀਰੋ। 5 ਸਾਹਿਬਜ਼ਾਦੇ ਸਨ, ਇੱਕ ਵੀਰੋ ਸੀ ਪੁੱਤਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਲੱਗਦੀ ਸੀ। ਉਹਨਾਂ ਦਾ ਵੀ ਪੁੱਤਰ ਇਸ ਜੰਗ ਵਿੱਚ ਸ਼ਹੀਦ ਹੋਇਆ, ਔਰ ਜਿਹਨੇ ਕੀਤਾ ਉਹ ਹਰੀਚੰਦ ਆਪ ਸੀ। ਪਹਾੜੀ ਰਾਜੇ ਸਨ। ਯੁੱਧ ਹੋਈ ਤੇ ਮਹਾਰਾਜ ਦੇ ਆਮਨੇ ਸਾਹਮਣੇ ਹੋ ਗਿਆ ਤੇ ਯੁੱਧ ਸ਼ਾਂਤ ਹੋਇਆ, ਕਿਉਂਕਿ ਆਮਨੇ ਸਾਹਮਣੇ ਗੁਰੂ ਸਾਹਿਬ ਦੇ ਸਾਹਮਣੇ ਆ ਗਿਆ। ਬੜਾ ਖੁਸ਼ ਕਿ ਗੁਰੂ ਸਾਹਿਬ ਚੈਲੰਜ ਕੀਤਾ ਗੁਰੂ ਨੂੰ ਕਿ ਗੁਰੂ ਸਾਹਿਬ ਤੁਸੀਂ ਯੁੱਧ ਲੜਨਾ ਹੈ ਤੇ ਪਹਿਲ ਕਰੋ। ਮਹਾਰਾਜ ਮੁਸਕਰਾ ਪਏ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖੋ ਜਿਤਨੇ ਵੀ ਯੁੱਧ ਲੜੇ ਨੇ ਨਾ, ਕੋਈ ਚੜ੍ਹ ਕੇ ਆਇਆ ਹੈ ਉਹਨੂੰ ਸੋਧਿਆ ਹੈ। ਗੁਰੂ ਸਾਹਿਬ ਕਿਸੇ ਤੇ ਚੜ੍ਹਾਈ ਨਹੀਂ ਕਰਨਗੇ ਪਹਿਲਾਂ, ਔਰ ਪਹਿਲਾਂ ਵਾਰ ਨਹੀਂ ਕੀਤਾ। ਅਸੂਲ ਸਨ, ਕਿਸੇ ਨੇ ਹੱਥੇ ਤੇ ਵਾਰ ਨਹੀਂ ਕੀਤਾ ਗੁਰੂ ਸਾਹਿਬ ਨੇ। ਕਿਸੇ ਬੱਚੇ ਤੇ ਵਾਰ ਕਰਨ ਦਾ ਗੁਰੂ ਸਾਹਿਬ ਨੇ ਕਿਸੇ ਨੂੰ ਹੁਕਮ ਨਹੀਂ ਦਿੱਤਾ। ਕਿਸੇ ਬਜ਼ੁਰਗ ਤੇ ਵਾਰ ਕਰਨ ਦਾ ਹੁਕਮ ਨਹੀਂ ਦਿੱਤਾ। ਕਿਸੇ ਨੇ ਪਿੱਠ ਪਿੱਛੇ ਵਾਰ ਕਰਨ ਦਾ ਨਹੀਂ ਹੁਕਮ ਕੀਤਾ। ਦੇਖੋ ਗੁਰੂ ਸਾਹਿਬ ਦੀਆਂ, ਔਰ ਜਿਹਨੂੰ ਵੀ ਤੀਰ ਵੀ ਮਾਰਦੇ ਸਨ ਉਹਦੇ ਅੱਗੇ ਵੀ 1.25 ਤੋਲਾ ਸੋਨਾ ਹੁੰਦਾ ਸੀ ਕਿ ਮਰ ਜਾਏ ਤੇ ਕਿਰਿਆਕਰਮ ਕਰ ਲੇ, ਤੇ ਜੇ ਜ਼ਖਮੀ ਹੋ ਜਾਏ ਉਸ ਪੈਸੇ ਦੇ ਨਾਲ ਆਪਣਾ ਇਲਾਜ ਕਰਾ ਲੇ। ਇੰਨਾ ਰਹਿਮ ਦਿਲ ਵੀ ਸਨ। ਇੱਥੋਂ ਪਤਾ ਲੱਗਦਾ ਹੈ ਗੁਰੂ ਸਾਹਿਬ
ਕਿਸੇ ਸਰੀਰ ਦੇ ਨਾਲ ਦੁਸ਼ਮਣੀ ਨਹੀਂ ਹੈ, ਉਹਦੇ ਅੰਦਰ ਦੇ ਭੈੜੇ ਕੰਮਾਂ ਵਿਕਾਰਾਂ ਕਰਕੇ ਮਹਾਰਾਜ ਨੂੰ ਉਹਦੇ ਕਰਕੇ ਵੈਰ ਹੈ। ਧੋਬੀ ਨੂੰ ਕੱਪੜੇ ਨਾਲ ਵੈਰ ਨਹੀਂ ਹੁੰਦਾ, ਕੱਪੜੇ ਦੀ ਮੈਲ ਦੇ ਨਾਲ ਵੈਰ ਹੁੰਦਾ ਹੈ। ਕਿੰਨੀ ਜ਼ੋਰ ਜ਼ੋਰ ਦੀ ਕੱਪੜੇ ਧੋਬੀ ਜਦੋਂ ਧੋਂਦਾ ਹੈ ਤਾਂ ਮਾਰਦਾ ਹੈ, ਉਹਨੂੰ ਕੱਪੜੇ ਨਾਲ ਵੈਰ ਨਹੀਂ ਹੈ, ਉਹਦੇ ਵਿੱਚ ਜਿਹੜੀ ਮੈਲ ਲੱਗੀ ਹੈ ਉਹਦੇ ਨਾਲ ਵੈਰ ਹੈ। ਤੇ ਹਰੀ ਚੰਦ ਨੇ ਕਿਹਾ ਮਹਾਰਾਜ ਤੁਸੀਂ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ, ਤੂੰ ਵਾਰ ਕਰ ਹਰੀ ਚੰਦ, ਇੱਕ ਨਹੀਂ ਦੋ ਨਹੀਂ 3 ਵਾਰ ਤੈਨੂੰ 3 ਮੌਕੇ ਦਿੰਨੇ ਆ। ਦੇਖੋ ਮੈਂ ਪਹਿਲਾਂ ਕਿਹਾ, ਜਦੋਂ ਤੁਹਾਡੇ ਅੰਦਰ ਰੂਹਾਨੀਅਤ ਚੱਲ ਰਹੀ ਹੋਏਗੀ ਨਾ, ਤੇ ਅੰਦਰ ਦੇ ਵਿਕਾਰਾਂ ਤੇ ਕਾਬੂ ਹੋਏਗਾ, ਤੇ ਬਾਹਰ ਵੀ ਜਦੋਂ ਗੁਰੂ ਸਾਹਿਬ ਪਰਮਾਤਮਾ ਤੁਹਾਡੀ ਉਸ ਵੇਲੇ ਮਦਦ ਵੀ ਕਰੇਗਾ। ਰਾਜਾ ਉਹ ਵੀ ਸੀ, ਪਾਤਸ਼ਾਹ ਗੁਰੂ ਸਾਹਿਬ ਸਨ, ਪਰ ਗੁਰੂ ਸਾਹਿਬ ਔਰ ਉਹਦੇ 'ਚ ਫਰਕ ਕੀ ਸੀ? ਉਹ ਅਹੰਕਾਰੀ ਸੀ। ਗੁਰੂ ਹਰ ਗੱਲ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਸਨ। ਹਰ ਗੱਲ ਦੇ ਵਿੱਚੋਂ ਪਰਮਾਤਮਾ, ਭਾਵੇਂ ਉਹ ਮਾਛੀਵਾੜੇ ਦਾ ਜੰਗਲ ਸੀ, ਤੇ ਭਾਵੇਂ ਚਮਕੌਰ ਦੀ ਘੜੀ ਸੀ, ਤੇ ਭਾਵੇਂ ਸਾਬੋ ਕੀ ਤਲਵੰਡੀ ਸੀ, ਤੇ ਭਾਵੇਂ ਨਾਂਦੇੜ ਸੀ, ਤੇ ਭਾਵੇਂ ਉਸ ਅਨੰਦਪੁਰ ਦੇ ਚਹਿਲ ਪਹਿਲ ਵਾਲਾ ਸਮਾਂ ਸੀ ਜਾਂ ਸਿਰਸਾ ਨਦੀ ਸੀ, ਮਹਾਰਾਜ ਨੇ ਉਸ ਵੇਲੇ ਵੀ ਸਿਰਸਾ ਤੇ ਵੀ ਉਸ ਨਿਤਨੇਮ ਨੂੰ ਨਹੀਂ ਖੁੰਝਾਇਆ। ਭਾਵ ਪਰਮਾਤਮਾ ਤੋਂ ਨਹੀਂ, ਦੁਨੀਆ ਦੇ ਬਾਦਸ਼ਾਹ ਹੋਏ ਨੇ, ਸਮਾਂ ਪਾ ਕੇ ਚੀਜ਼ਾਂ ਪੈਣ ਤੇ ਪਰਮਾਤਮਾ ਨੂੰ ਭੁੱਲ ਜਾਂਦੇ ਸਨ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਭੁੱਲੇ ਨਹੀਂ। ਉਹਨੇ ਪਹਿਲਾ ਵਾਰ ਕੀਤਾ, ਜੋ ਮਹਾਰਾਜ ਪਹਿਲਾ ਜਦੋਂ ਤੀਰ ਛੱਡਿਆ ਤੇ ਸਾਧ ਸੰਗਤ ਗੁਰੂ ਸਾਹਿਬ ਦੇ ਕੰਨ ਤੋਂ ਕੋਲੋਂ ਲੰਘ ਗਿਆ, ਤੇ ਉਸ ਵੇਲੇ ਸਾਧ ਸੰਗਤ ਗੁਰੂ ਸਾਹਿਬ ਫਿਰ ਚੁੱਪ ਹੋ ਗਏ। ਦੂਜਾ ਵਾਰ ਕੀਤਾ, ਉਸ ਪਰਮਾਤਮਾ ਦਾ ਮਹਾਰਾਜ ਨੇ ਸ਼ੁਕਰ ਕੀਤਾ। ਦੇਖੋ ਉਸ ਵੇਲੇ ਵੀ ਮਹਾਰਾਜ ਨੇ ਉਸ ਪਰਮਾਤਮਾ ਦੇ ਰੰਗ ਨੂੰ ਬੜਾ ਧਿਆਨ ਨਾਲ ਕੀਤਾ। ਦੂਜਾ ਕੀਤਾ, ਤੀਜਾ ਜਦ ਵਾਰ ਕੀਤਾ, ਮਹਾਰਾਜ ਦੇ ਉਸ ਕਮਰ ਕੱਸੇ ਦੇ ਅੱਗੇ ਜੋ ਚਮੜੇ ਦੀ ਬੈਲਟ ਸੀ ਉੱਥੇ ਜਾ ਕੇ ਖੁੱਭਿਆ। ਪਰ ਉਹ ਜਾ ਕੇ ਜਿਉਂ ਹੀ ਮਹਾਰਾਜ ਦੇ ਸਰੀਰ ਨਾਲ ਟੱਚ ਹੋਇਆ, ਹਲਕਾ ਜਿਹਾ ਖੂਨ ਆਇਆ, ਤੇ 3 ਵਾਰ ਕੀਤੇ। ਕਹਿੰਦੇ ਨੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਹੁਣ ਗੁਰੂ ਮਹਾਰਾਜ ਨੇ ਫਿਰ ਉਸ ਪਰਮਾਤਮਾ ਦਾ ਧਿਆਨ ਧਰਦੇ ਹੋਏ ਫਿਰ ਕਿਹਾ, ਹਰੀ ਚੰਦਾ ਤੇਰੇ 3 ਵਾਰ ਤੇ ਹੋ ਗਏ ਨੇ, ਅਸੀਂ ਹੁਣ ਪਰਮਾਤਮਾ ਦੀ ਬਖਸ਼ਿਸ਼ ਦੁਆਰਾ। ਦੇਖੋ ਉੱਥੇ ਵੀ ਮਹਾਰਾਜ ਨੇ ਇਹੀ ਕਿਹਾ, ਮੈਂ ਬਾਣੀ ਜਿਹੜੇ ਉਚਾਰੀ ਤੇ ਇਹੀ ਗੱਲ ਕਹਿੰਦੇ ਨੇ, ਤਬ ਪ੍ਰਸਾਦ, ਤਬ ਹੁੰਦਾ ਤੇਰੀ ਕਿਰਪਾ ਦੁਆਰਾ। ਉੱਥੇ ਵੀ ਮਹਾਰਾਜ ਨੇ ਫਿਰ ਇਹੀ ਕਿਹਾ, ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕੋ ਹੀ ਵਾਰ ਅਸੀਂ ਕਰਾਂਗੇ। ਤਾਂ ਮਹਾਰਾਜ ਨੇ ਫਿਰ ਆਪਣੇ ਕਮਾਨ ਦੇ ਵਿੱਚੋਂ ਉਹ ਤੀਰ ਕੱਢਿਆ, ਤੇ ਜਿਉਂ ਹੀ ਮਾਰਿਆ ਤੇ ਜਾ ਕੇ ਸਿੱਧਾ ਹਰੀ ਚੰਦ ਦੇ ਧੜ ਤੋਂ ਸੀਸ ਅਲੱਗ ਹੋ ਗਿਆ, ਘੋੜੇ ਤੋਂ ਗਿਰ ਪਿਆ, ਸੈਨਾ ਦੇ ਵਿੱਚ ਭਾਜੜ ਪੈ ਗਈ ਔਰ ਪਿਛਾਂ ਨੂੰ ਮਿਲ ਗਈ, ਕਿਉਂਕਿ ਸੈਨਾਪਤੀ ਮਰ ਗਿਆ ਤੇ ਰਹਿ ਕੀ ਗਿਆ। ਤਾਂ ਇੱਥੇ ਭੰਗਾਣੀ ਦੀ ਮਹਾਰਾਜ ਨੇ ਯੁੱਧ ਜਿੱਤੀ। ਤੇ ਤਾਂ ਹੀ ਮਹਾਰਾਜ ਕਹਿੰਦੇ ਨੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਜੇ ਤੁਹਾਡੇ ਉੱਤੇ ਪਰਮਾਤਮਾ ਦੀ ਕਿਰਪਾ ਨਹੀਂ ਹੈ, ਜਿਤਨਾ ਮਰਜ਼ੀ ਤੁਹਾਡੇ ਵਿੱਚ ਬਲ ਹੋਵੇ, ਇਸ ਸੰਸਾਰ ਦੇ ਵਿੱਚੋਂ ਤੁਸੀਂ ਖਾਲੀ ਜਾਓਗੇ। ਤੇ ਜੇ ਪਰਮਾਤਮਾ ਦਾ ਬਲ ਲੈਣਾ ਚਾਹੁੰਦੇ ਹੋ ਤੇ ਉਹਦੀ ਕਿਰਪਾ ਦੇ ਪਾਤਰ ਬਣੋ। ਗੁਰੂ ਸਾਹਿਬ ਉਹਨਾਂ ਸੂਰਬੀਰਾਂ ਨੂੰ ਵੀ ਦੱਸ ਰਹੇ ਨੇ ਕਿ ਭਾਈ ਹੰਕਾਰ ਨਾ ਕਰੋ, ਭਾਰੀ ਗੁਮਾਨ ਪਰੇ ਮਨ ਮੈਂ ਕਰ, ਪਰਬਤ ਪੰਖ ਹਲੈ ਨਾ ਹਲੈਂਗੇ। ਉਹ ਸੋਚਦੇ ਸਨ ਕਿ ਪਰਬਤ ਵੀ ਹਿਲ ਜਾਣ, ਪੰਖ ਲਾ ਕੇ ਅਸੀਂ ਨਹੀਂ ਹਿਲਾਂਗੇ। ਪਰ ਗੁਰੂ ਸਾਹਿਬ ਕਹਿੰਦੇ ਨੇ, ਜੇ ਪਰਮਾਤਮਾ ਦੀ ਕਿਰਪਾ ਨਾ ਹੋਈ ਨਾ, ਤੇ ਤੁਹਾਡੀ ਅੰਤ ਸਮੇਂ ਤੁਸੀਂ ਇਸ ਜਹਾਨ ਤੋਂ ਖਾਲੀ ਚਲੇ ਜਾਣਾ ਹੈ। ਤੇ ਜੇ ਤੁਹਾਡੇ ਉੱਤੇ ਪਰਮਾਤਮਾ ਦਾ ਨਾਮ ਕਿਰਪਾ ਹੋਏਗੀ, ਇਹ ਚੀਜ਼ਾਂ ਤੁਹਾਡਾ ਨਾਮ ਰਹੇਗਾ। ਅੱਜ ਸੂਰਬੀਰਾਂ ਦੇ ਨਾਮ ਨੇ ਨਾ, ਬੰਦਾ ਸਿੰਘ ਬਹਾਦਰ, ਸਾਰਿਆਂ ਦੇ ਨਾਮ, ਭਾਈ ਮਣੀ ਸਿੰਘ ਜੀ, ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਦਿਆਲਾ ਜੀ, ਬਾਬਾ ਦੀਪ ਸਿੰਘ ਜੀ, ਹੋਰ ਮਹਾਨ ਯੋਧੇ ਜਿਨ੍ਹਾਂ ਦਾ ਅੰਤ ਹੀ ਨਹੀਂ ਹੈ। ਉਹ ਸਿਰਫ ਨਾਮ ਦੀ ਮਹਿਮਾ ਉਹਨਾਂ ਕੋਲ ਸੀ, ਗੁਰੂ ਦਾ ਥਾਪੜਾ ਸੀ। ਤੇ ਭਾਈ ਗੁਰੂ ਦੇ ਇਹ ਸੋਚੋ, ਜਿਸ ਮਰਜ਼ੀ ਅਹੁਦੇ ਤੇ ਪਹੁੰਚ ਜਾਓ, ਜਿਤਨੀ ਮਰਜ਼ੀ ਤੁਹਾਡੇ ਕੋਲ ਮਾਇਆ ਹੋਵੇ,
ਕਿੱਥੇ ਮਨ 'ਚ ਹੰਕਾਰ ਨਾ ਲਿਆਓ। ਜੇ ਉਹਦੀ ਕਿਰਪਾ ਨਿਕਲ ਗਈ ਤੇ ਉਹ ਕੀ ਕਰ ਸਕਦਾ ਹੈ? ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਭਿਖਾਰੀ ਵੀ ਬਣਾ ਸਕਦਾ ਹੈ ਤੇ ਉਹ ਭਿਖਾਰੀ ਨੂੰ ਰਾਜਾ ਵੀ ਬਣਾ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬ ਅੱਜ ਦੇ ਇਸ ਪੌੜੀ ਦੇ ਅੰਦਰ ਇਹੀ ਸਮਝਾ ਰਹੇ ਨੇ, ਭਾਈ ਉਹਦੀ ਕਿਰਪਾ ਦੇ ਪਾਤਰ ਬਣੋ। ਇਤਨੀ ਕੁ ਬੇਨਤੀ ਪ੍ਰਵਾਨ ਕਰਨੀ। ਭੁੱਲਾਂ ਬੇਅੰਤ ਹੋਈਆਂ ਨੇ, ਦਾਸ ਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ। ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।